सोही महला पंजवा। गुण गोपाल प्रभ के नित गाहा, आनंद विनोद मंगल सुखता। चल सखिए प्रभ रावण जाहा, साध जना की चरनी पाहा। रहाओ कर बेनती जन धूर बाछाहा, जन्म जन्म के किल विकलाहा। मन तन प्राण जियो अरपाहा, हर सिमर सिमर मान मोह कटाहा। दीन दयाल करो उत्साहा, नानक दास हर शरण समाहा। वाहिगुरु जी का खालसा, वाहिगुरु जी की फतेह। गुरु पातशाह साडे ते कितनी किरपा करते हैं। इन्हां पावन शब्दां राहीं तथा शब्द ਦੀ ਰਹਾਉ ਦੀ ਪੰਕਤੀ ਵਿੱਚ ਪਹਿਲੀ ਗੱਲ ਤਾਂ ਇਹ ਦ੍ਰਿੜ ਕਰਾਉਂਦੇ ਨੇ ਕਿ ਉਹਨਾਂ ਜਗਿਆਸੂਆਂ ਨੂੰ ਆਪਣੇ ਮਿੱਤਰ ਬਣਾਓ ਜਿਹੜੇ ਪ੍ਰਭੂ ਵਾਲੇ ਪਾਸੇ ਤੁਰਦੇ। ਉਹਨਾਂ ਨੂੰ ਆਪਣੇ ਸੱਜਣ ਮਿੱਤਰ ਬਣਾਓ। ਪਾਤਸ਼ਾਹ ਨੇ ਫਰਮਾਇਆ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਸਾਡੜੇ ਸਹੀ। ਹੋਂ ਢੂੰਢੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇ। ਦੇਖੋ ਕਿਧਰੇ ਸਖੀਏ ਸ਼ਬਦ ਵਰਤਿਆ, ਕਿਧਰੇ ਸੱਜਣ ਵਰਤਿਆ, ਕਿਧਰੇ ਮਿੱਤਰ ਵਰਤਿਆ। ਗੱਲ ਇੱਕੋ ਹੀ ਹੈ, ਕਿਉਂਕਿ ਪਰਮਾਤਮਾ ਪਤੀ ਹੈ, ਅਸੀਂ ਸਭ ਇਸਤਰੀ ਰੂਪ। ਇਸਤਰੀ ਰੂਪ ਚੇਰੀ ਕੀ ਨਿਆਈ, ਸ਼ੋਭ ਨਹੀਂ ਬਿਨ ਭਰਤਾਰੇ। ਅਸੀਂ ਸਭ ਜੀਵ ਇਸਤਰੀਆਂ, ਪਰਮਾਤਮਾ ਪਤੀ। ਇਸ ਲਈ ਜਿਹੜੇ ਉਸ ਪਰਮਾਤਮਾ ਦੀ ਭਗਤੀ ਦੇ ਰਾਹ 'ਤੇ ਤੁਰਦੇ, ਉਹ ਸਤਸੰਗੀ ਹਨ, ਉਹ ਮਿੱਤਰ ਹਨ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੇ ਮਿੱਤਰ ਬਣਾਓ ਅਤੇ ਉਹਨਾਂ ਨੂੰ ਪ੍ਰੇਰਨਾ ਕਰੋ। ਚੱਲ ਸਖੀਏ ਪ੍ਰਭ ਰਾਵਣ ਜਾਹਾ। ਜਿਵੇਂ ਸਹੇਲੀਆਂ ਰਲ ਕੇ ਪਹਿਲੇ ਸਮਿਆਂ ਵਿੱਚ ਵੇਖਿਆ, ਤ੍ਰਿੰਜਣ ਦੇ ਵਿੱਚ ਚਰਖੇ ਲੈ ਕੇ, ਪੂਣੀਆਂ ਲੈ ਕੇ ਮੁਟਿਆਰਾਂ ਬੀਬੀਆਂ ਅੱਧੀ ਅੱਧੀ ਰਾਤ ਤੀਕ ਬਹਿ ਕੇ ਸੂਤਰ ਕਰਦੀਆਂ। ਉਹ ਫਿਰ ਇੱਕ ਦੂਜੇ ਨੂੰ ਕੀ ਕਹਿੰਦੀਆਂ ਹਨ? ਸਹੇਲੀਆਂ। ਹੁਣ ਫਰੈਂਡ ਸ਼ਬਦ ਆ ਗਏ। ਹੁਣ ਮੁੰਡੇ ਵੀ ਫਰੈਂਡ ਕਹਿੰਦੇ ਨੇ, ਕੁੜੀਆਂ ਵੀ ਫਰੈਂਡ ਕਹਿੰਦੀਆਂ ਨੇ। ਚਲੋ ਠੀਕ ਹੈ, ਪਰ ਸ਼ਬਦ ਸਖੀਏ ਸਹੇਲੀਆਂ ਲਈ ਵਰਤਿਆ ਗਿਆ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਚੱਲ ਸਖੀਏ ਪ੍ਰਭ ਰਾਵਣ ਜਾਹਾ। ਪ੍ਰਭੂ ਨੂੰ ਰਾਵਣ ਜਾਈਏ ਤਥਾ ਪ੍ਰਭੂ ਨੂੰ ਸਿਮਰਨ ਲਈ ਚੱਲੀਏ। ਹੁਣ ਇਹ ਜਾਹਾ ਸ਼ਬਦ ਜਿਹੜਾ ਇਹ ਤੁਕਾਂਤ ਦੀ ਪੂਰਤੀ ਲਈ ਵੀ ਹੈ। ਅਰਥ ਕਰਨ ਵੇਲੇ ਟੀਕਾਕਾਰ ਕੋਈ ਕਹਿੰਦਾ ਜਾਣਾ ਕਰ, ਕੋਈ ਕਹਿੰਦਾ ਜਾਣਾ ਕਰੀਏ। ਪਰ ਜਦੋਂ ਆਪਾਂ ਕਿਸੇ ਮਿਸ਼ਨ 'ਤੇ ਇਕੱਠੇ ਚੱਲਣਾ ਹੋਵੇ ਅਤੇ ਫਿਰ ਇਹਨੂੰ ਕਹਿਣਾ ਵੀ ਚੱਲਣਾ ਕਰੀਏ। ਚੱਲ ਸਖੀਏ ਪ੍ਰਭ ਰਾਵਣ ਜਾਹਾ, ਸਾਧ ਜਨਾਂ ਕੀ ਚਰਨੀ ਪਾਹਾ। ਅਤੇ ਉਹਨਾਂ ਦੀ ਸੰਗਤ ਕਰੀਏ। ਜਿਹੜੇ ਸਾਧੂ ਜਨ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹਨਾਂ ਦੀ ਚਰਨੀ ਪਾਹਾ। ਭਾਵ ਨਿਮਰਤਾ ਦੇ ਨਾਲ ਹੰਕਾਰ ਛੱਡ ਕੇ ਸੇਵਾ ਕਰੀ।
ਸੱਚਮੁੱਚ ਜੇ ਅਸੀਂ ਉਹਨਾਂ ਦੀ ਸੰਗਤ ਕਰਾਂਗੇ, ਸੇਵਾ ਕਰਾਂਗੇ, ਤੇ ਉਹਨਾਂ ਤੋਂ ਸਾਨੂੰ ਪ੍ਰੇਰਨਾ ਮਿਲੇਗੀ, ਉਹਨਾਂ ਤੋਂ ਸਾਨੂੰ ਜਾਚ ਸਿਖਾਈ ਜਾਏਗੀ, ਇਉਂ ਕਰੋ, ਇਉਂ ਕਰੋ, ਇਉਂ ਕਰੋ। ਸਾਰੀ ਗੁਰਬਾਣੀ ਇਹੋ ਹੀ ਦੱਸ ਰਹੀ। ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਆਉਂਦੇ ਸਨ, ਉਹਨਾਂ ਨੂੰ ਇਹੋ ਹੀ ਪ੍ਰੇਰਿਆ ਜਾਂਦਾ ਸੀ, ਭਾਈ ਅੰਮ੍ਰਿਤ ਵੇਲੇ ਉੱਠੋ, ਸੇਵਾ ਕਰੋ, ਸਿਮਰਨ ਕਰੋ, ਨਿਮਰਤਾ ਵਿੱਚ ਰਹੋ। ਮੈਂ ਤਾਂ ਇਸੇ ਲਈ ਕਹਿਣਾ ਕਿ ਗੁਰਬਾਣੀ ਜੀਵਨ ਜਾਚ ਹੈ। ਜ਼ਿੰਦਗੀ ਜਿਉਣ ਦਾ ਤਰੀਕਾ ਗੁਰਬਾਣੀ ਤੋਂ ਸਿੱਖੀਏ। ਪਰ ਅਸੀਂ ਤਾਂ ਹੁਣ ਮੰਤਰ ਰੂਪ ਪੜ੍ਹ ਕੇ ਇਹੀ ਅਹੰਕਾਰ ਕਰੀ ਜਾਂਦੇ ਹਾਂ, ਮੈਂ ਇੰਨੇ ਪਾਠ ਕਰ ਲਏ ਨੇ। ਨਹੀਂ ਭਾਈ, ਗੁਰਬਾਣੀ ਵਿੱਚੋਂ ਜਾਚ ਸਿੱਖੀ। ਆਓ ਮੀਤ ਪਿਆਰੇ, ਮੰਗਲ ਗਾਓ ਨਾਰੇ। ਹੁਣ ਇੱਥੇ ਨਾਰੇ ਸ਼ਬਦ ਵੀ ਵਰਤਿਆ। ਨਾਰੇ ਦਾ ਮਤਲਬ ਹੈ ਨਾਰੀਆਂ। ਇਹ ਬਹੁਤੀ ਬਰੀਕੀ ਵੀ ਜਾਣ ਦੀ ਲੋੜ ਨਹੀਂ। ਜਿਹੜੇ ਇੱਕ ਰਾਹ 'ਤੇ ਚੱਲਣ ਵਾਲੇ ਹੋਣ, ਉਹਨਾਂ ਨੂੰ ਮਿੱਤਰ ਕਹੋ, ਸੱਜਣ ਕਹੋ, ਸਖੀਏ ਕਹੋ, ਸਹੇਲੀਏ ਕਹੋ। ਤੋ ਸ਼ਬਦ ਦੀ ਲਾਹੌਰ ਦੀ ਪੰਗਤੀ ਵਿੱਚ ਮਹਾਰਾਜ ਇੱਥੋਂ ਗੱਲ ਆਰੰਭ ਕਰਦੇ। ਚੱਲ ਸਖੀਏ ਪ੍ਰਭ ਰਾਮਣ ਜਾਹ, ਹੇ ਮੇਰੀਏ ਸਤਸੰਗਣ ਸਹੇਲੀਏ, ਚੱਲ ਆਪਾਂ ਚੱਲੀਏ। ਕਿੱਥੇ ਚੱਲੀਏ? ਪ੍ਰਭ ਰਾਮਣ ਜਾਹ, ਪ੍ਰਭੂ ਦੇ ਗੁਣ ਗਾਇਨ ਕਰਨ ਲਈ, ਪ੍ਰਭੂ ਨਾਲ ਪਿਆਰ ਪਾਉਣ ਲਈ, ਪ੍ਰਭੂ ਦਾ ਸਿਮਰਨ ਕਰਨ ਲਈ ਚੱਲੀਏ। ਹੁਣ ਦੇਖੋ ਨਾ, ਜਿਸ ਨੂੰ ਜਿਹੜੀ ਪਾਸੇ ਦੀ ਲਗਨ ਹੁੰਦੀ, ਉਹ ਉਹੋ ਜਿਹੇ ਮਿੱਤਰਾਂ ਨੂੰ ਲੱਭਦਾ ਫਿਰਦਾ। ਜਿਹੜੇ ਪੀਣ ਖਾਣ ਦੇ ਬੇਲੀ ਹੋਣ, ਉਹ ਉਹੋ ਜਿਹੇ ਮਿੱਤਰ ਲੱਭਦੇ। ਅਤੇ ਜਿਹੜੇ ਸਤਸੰਗੀ ਹੋਣ, ਉਹ ਸਤਸੰਗੀਆਂ ਦੀ ਮਿੱਤਰਤਾ ਚਾਹੁੰਦੇ। ਤੋ ਗੁਰਬਾਣੀ ਨੇ ਬੜੇ ਸਰਲ ਅਤੇ ਸੌਖੇ ਸ਼ਬਦਾਂ ਸਾਡੇ ਵਰਗੇ ਜਗਿਆਸੂਆਂ ਨੂੰ ਜਾਚ ਸਿਖਾਈ। ਚੱਲ ਸਖੀਏ ਪ੍ਰਭ ਰਾਮਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਉਹ ਸਾਧੂ ਜਨ, ਉਹ ਸਤਸੰਗੀ, ਉਹ ਸਿਮਰਨ ਕਰਨ ਵਾਲੇ ਜੋ ਹਨ, ਉਹਨਾਂ ਦੇ ਚਰਨੀ ਪਈ। ਚਰਨੀ ਪੈਣ ਤੋਂ ਮਤਲਬ ਨਿਮਰਤਾ ਦੇ ਨਾਲ ਸੇਵਾ ਕਰੀ, ਉਹਨਾਂ ਕੋਲੋਂ ਗੁਣ ਸਿੱਖਣੇ ਕਰੀ। ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸੋ ਪਾਈ ਹੈ। ਉਹ ਫਿਰ ਅੱਗੋਂ ਦੱਸਦੀਆਂ ਨੇ, ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਜਾ ਕੇ ਪ੍ਰੇਮ ਪਦਾਰਥ ਪਾਈਏ, ਤੋ ਚਰਣੀ ਚਲਾਈਏ। ਕਿਤਨੀ ਮਿੱਠੀ ਬਾਣੀ ਹੈ, ਔਰ ਮਿੱਠੀ ਬਾਣੀ ਵਿੱਚ ਕਿਤਨੇ ਸੁੰਦਰ ਤਰੀਕੇ ਨਾਲ ਪ੍ਰੇਰਨਾ ਕੀਤੀ। ਚੱਲ ਸਖੀਏ ਪ੍ਰਭ ਰਾਮਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿਖਰੀ। ਸਗਲ ਗੁਣਾ ਗੁਣ ਊਤਮੋ, ਪਰਤਾ ਦੂਰ ਨ ਪਿਖਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ। ਪਰਤਾ ਕਹਿ ਸੋ ਮਾਨੀਐ, ਇਹ ਸ਼ਿੰਗਾਰ ਬਣਾਏ ਰੀ। ਗੁਰ ਕਾ ਸ਼ਬਦ ਕਰ ਦੀਪਕੋ, ਇਹ ਸਤ ਕੀ ਸੇਜ ਵਿਛਾਏ ਰੀ। ਗੁਰੂ ਮਹਾਰਾਜ ਨੇ ਤਾਂ ਕਮਾਲ ਕਰ ਦਿੱਤਾ। ਜਦੋਂ ਮੈਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਪੜ੍ਹਦਾ, ਪਾਤਸ਼ਾਹ ਫਰਮਾਉਂਦੇ ਨੇ, ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਆਖਿਆ ਸੁਨਤ ਸੰਦੇਸ਼ਰੋ, ਉਸ ਪਿਆਰੇ ਦਾ ਸੁਨੇਹਾ ਸੁਣ ਕੇ ਚਾਹ ਪੈਦਾ। ਸੱਚਮੁੱਚ ਗੁਰਬਾਣੀ ਦੁਆਰਾ
ਸਾਨੂੰ ਹਰ ਪੱਖ ਤੋਂ ਅਗਵਾਈ ਬਖਸ਼। ਸਾਡਾ ਦੁਨਿਆਵੀ ਜੀਵਨ ਵੀ ਸਵਾਰਿਆ ਤੇ ਪਰਮਾਤਮਾ ਵਾਲੇ ਪਾਸੇ ਵੀ ਤੋਰੇ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਫਿਰ ਭੋਲੰਤਾ, ਭਈ ਨਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਝਾਗੇ, ਖਿਨ ਰਹਿਣ ਨ ਪਾਵੋ ਬਿਨ ਪਗ ਭਾਗੇ, ਹੋਏ ਕਿਰਪਾਲ ਬ੍ਰਹਮ ਮਿਲੈ ਸੁਭਾਗੇ, ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਘਰੈ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੈ ਚੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਜਾਂ ਦੇਖਾਂ ਤਾਂ ਪਿਰ ਹੈ ਪਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਚੱਲ ਸਖੀਏ ਪ੍ਰਭ ਰਾਵਣ ਜਾਹ। ਖਿਮਾ ਕਰਨਾ, ਕੋਈ ਸਮਾਂ ਸੀ ਜਦੋਂ ਪਰਿਵਾਰ ਦੇ ਮੁਖੀਏ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਘਰ ਵੀ ਜਾਂਦੇ। ਹੁਣ ਤੇ ਹਰ ਇੱਕ ਦਾ ਆਪਣਾ ਆਪਣਾ ਮੂੰਹ ਹੈ, ਕੋਈ ਕਿਸੇ ਪਾਸੇ ਤੁਰਿਆ ਜਾਂਦਾ, ਕੋਈ ਕਿਸੇ ਪਾਸੇ ਤੁਰਿਆ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਆਓ ਆਪਣੇ ਪਰਿਵਾਰ ਨੂੰ ਵੀ ਪਰੇ ਰਹੋ, ਆਪਣੇ ਸੰਗੀ ਸਾਥੀਆਂ ਨੂੰ ਵੀ ਪਰੇ ਰਹੋ, ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਕਿਉਂ ਜਾਣਾ ਸਤਸੰਗ ਵਿੱਚ, ਕਿਉਂ ਜਾਣਾ ਗੁਰੂ ਦੀ ਸੰਗਤ ਵਿੱਚ? ਇਸ ਲਈ ਕਿ ਉੱਥੇ ਜਾ ਕੇ ਪਰਮਾਤਮਾ ਦੇ ਗੁਣ ਗਾਇਨ ਕਰਨ। ਸੰਤਾਂ ਦੀ ਸੰਗਤ ਦਾ ਮਤਲਬ ਹੀ ਇਹ ਹੈ ਕਿ ਅਸੀਂ ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰੀਏ, ਉਹਨਾਂ ਦੇ ਚਰਨੀ ਪਈਏ, ਉਹਨਾਂ ਨੂੰ ਬੇਨਤੀ ਕਰੀਏ, ਸਾਨੂੰ ਕੋਈ ਪਰਮਾਤਮਾ ਦੇ ਗੁਣਾਂ ਦੀ ਗੱਲ ਦੱਸੋ। ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਕਿਤਨੀ ਸੁੰਦਰ ਪ੍ਰੇਰਨਾ ਹੈ। ਚੱਲ ਸਖੀਏ ਪ੍ਰਭ ਰਾਵਣ ਜਾਹ। ਹੁਣ ਤੇ ਅਸੀਂ ਗੁਰਦੁਆਰੇ ਜਾਣ ਤੋਂ ਪਹਿਲਾਂ ਪੁੱਛਦੇ ਹਾਂ, ਪ੍ਰਧਾਨ ਜੀ ਅੱਜ ਲੰਗਰ ਵਿੱਚ ਕੀ ਬਣਾਇਆ, ਅੱਜ ਲੰਗਰ ਦਾ ਮੀਨੂ ਕੀ ਹੈ? ਉਹ ਭਲਿਓ ਲੋਕੋ, ਲੰਗਰ ਤੇ ਰੋਜ਼ ਹੀ ਆਪਣੇ ਘਰ ਛਕਦੇ, ਲੰਗਰ ਤੇ ਰੋਜ਼ ਹੀ ਆਪਣੇ ਘਰ ਬਣਦਾ, ਉਹ ਵੀ ਗੁਰੂ ਦਾ ਹੈ। ਗੁਰੂ ਘਰ ਵਿੱਚ ਤੇ ਜਾਣਾ ਪਰਮਾਤਮਾ ਦੇ ਗੁਣ ਗਾਇਨ ਕਰਨ ਲਈ, ਉੱਥੇ ਤੇ ਪਰਮਾਤਮਾ ਦੇ ਗੁਣ ਸੁਣਨ ਲਈ ਜਾਣਾ। ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਫਿਰ ਉੱਥੇ ਹੰਕਾਰੀ ਨਹੀਂ ਬਣਨਾ, ਉੱਥੇ ਚੌਧਰਾ ਲੈਣ ਨਹੀਂ ਜਾਣਾ, ਉੱਥੇ ਪਾਰਟੀਆਂ ਬਣਾਉਣ ਨਹੀਂ ਜਾਣਾ। ਅੱਜ ਤੇ ਦੌੜੀ ਇਸ ਪਾਸੇ ਲੱਗ ਗਈ, ਆਪਣੇ ਨਾਮ ਨਾਲ ਲਿਖਣਗੇ ਪ੍ਰਧਾਨ, ਸੇਵਾਦਾਰ ਤੇ ਕੋਈ ਰਿਹਾ ਹੀ ਨਹੀਂ। ਜਿਹੜੇ ਸੇਵਾਦਾਰ ਬਣਦੇ ਨੇ ਉਹ ਕਦੇ ਇਸ ਤਰ੍ਹਾਂ ਅਹੰਕਾਰ ਦੀਆਂ ਗੱਲਾਂ ਨਹੀਂ ਕਰਦੇ। ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਫਿਰ ਉੱਥੇ ਜਾ ਕੇ ਕੀ ਕਰਨਾ? ਗੁਣ ਗੋਪਾਲ ਪ੍ਰਭ ਕੇ ਨਿਤ ਗਾਹ। ਉਹ ਗੋਪਾਲ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਉਹਦੇ ਗੁਣ ਗਾਇਨ ਕਰ। ਬਾਣੀ ਨੇ ਤੇ ਹਰ ਗੱਲ ਸਾਨੂੰ ਸਮਝਾਈ। ਮੈਨੂੰ ਪਤਾ ਕੁਝ ਸਮਾਂ ਐਸਾ ਵੀ ਦੇਖਿਆ ਕਿ ਸਤ ਸੰਗਤ ਵਿੱਚ ਹੋਰ ਕੋਈ ਗੱਲ ਕਰਨ ਦੀ ਆਗਿਆ ਨਹੀਂ ਸੀ, ਪਰ ਜਿਸ ਦਿਨ ਦੀ ਸਿੱਖਾਂ ਨੂੰ ਰਾਜਨੀਤੀ ਨੇ ਕਾਠੀ ਪਾਈ ਹੈ, ਇਹ ਹੁਣ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਗੁਰੂ ਦੀ ਗੱਲ ਘੱਟ ਕਰਨਗੇ ਤੇ ਰਾਜਨੀਤੀ ਦੀ ਗੱਲ ਜ਼ਿਆਦਾ ਕਰਨ। ਮੈਨੂੰ ਇੱਕ ਘਟਨਾ ਯਾਦ ਹੈ, ਕਰਨਾਲ ਕਾਰ ਸੇਵਾ ਵਾਲੇ ਬਾਬਿਆਂ ਦੇ ਡੇਰੇ 'ਤੇ ਬੜੇ ਉਦਮ ਨਾਲ ਬਾਬਾ ਜੀ ਨੇ, ਸੰਗਤ ਨੇ ਰਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਬੋਧ ਸਮਾਗਮ ਕੀਤਾ।
ਇੱਕ ਮਹੀਨਾ ਬੜਾ ਰੰਗ ਬਣਿਆ। ਕਰਨਾਲ ਅਤੇ ਇਲਾਕੇ ਦੀਆਂ ਸੰਗਤਾਂ ਨੇ ਬੜਾ ਭਾਰੀ ਹਿੱਸਾ ਲਿਆ। ਅਖੀਰਲੇ ਦਿਨ ਰਾਜਨੀਤੀ ਵਾਲੇ ਆ ਗਏ। ਉਹਨਾਂ ਨੇ ਐਸੀ ਆਪਣੀ ਰਾਜਨੀਤੀ ਚਲਾਈ, ਉਹ ਮਹੀਨੇ ਭਰ ਦੀ ਕੀਤੀ ਕਤਰੀ ਸਾਰੀ ਤੇ ਪਾਣੀ ਫੇਰ ਦਿੱਤਾ। ਉਹਨਾਂ ਨੂੰ ਰੱਬ ਚੇਤੇ ਹੀ ਨਹੀਂ। ਉੱਤੇ ਇੱਕ ਦੂਜੇ ਨੂੰ ਲੋਈਆਂ ਦੇਣ ਤੇ ਸਿਰੋਂ ਪਾਓ ਦੇਣ ਤੇ ਲੱਗੇ ਹੋ। ਨਾ ਭਾਈ, ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਦੇਖੋ, ਬਾਣੀ ਪੜ੍ਹ ਕੇ ਦੇਖੋ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਾਣੀ ਗੁਰੂ ਜੀ ਸਾਨੂੰ ਸੇਧ ਦੇ ਰਹੇ। ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਗੁਣ ਗੋਪਾਲ ਪ੍ਰਭ ਕੇ ਨਿਤ ਗਾਹ, ਆਨੰਦ ਬਿਨੋਦ ਮੰਗਲ ਸੁਖਤਾਹ। ਜਦੋਂ ਗੋਪਾਲ ਦੇ ਗੁਣ ਗਾਵਾਂਗੇ, ਜਦੋਂ ਪ੍ਰਭੂ ਦੀ ਕੀਰਤੀ ਕਰਾਂਗੇ, ਪੜ੍ਹਦੇ ਰੋਜ਼ ਹਾਂ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਉੱਥੇ ਤਾਂ ਰਸਨਾ ਨੂੰ ਪਵਿੱਤਰ ਕਰਨ ਜਾਣਾ ਹੈ, ਉੱਥੇ ਤੇ ਪਰਮਾਤਮਾ ਦੇ ਗੁਣ ਗਾਇਨ ਕਰਨ ਜਾਣਾ। ਤੇ ਜਿਹੜੇ ਪਰਮਾਤਮਾ ਦੇ ਗੁਣ ਗਾਇਨ ਕਰਨਗੇ, ਆਨੰਦ ਬਿਨੋਦ ਮੰਗਲ ਸੁਖਤਾ, ਉਹਨਾਂ ਨੂੰ ਅਨੇਕ ਤਰ੍ਹਾਂ ਦੇ ਆਨੰਦ ਬਿਨੋਦ ਖੁਸ਼ੀ ਪ੍ਰਾਪਤ ਹੋਵੇ। ਉੱਥੇ ਖੇੜਾ ਹੋਵੇਗਾ, ਉੱਥੇ ਹੋਰ ਕੋਈ ਸੰਸਾਰੀ ਗੱਲਾਂ ਨਹੀਂ ਕਰਨੀਆਂ। ਗੁਣ ਗੋਪਾਲ ਪ੍ਰਭ ਕੇ ਨਿਤ ਗਾਹ, ਆਨੰਦ ਬਿਨੋਦ ਮੰਗਲ ਸੁਖਤਾ। ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਰਹਾਓ ਕਰ ਬੇਨਤੀ ਜਨ ਧੂਲ ਬਾਛਾਹ। ਬੇਨਤੀ ਕਰਕੇ, ਐਸੀ ਗੱਲ ਨਹੀਂ, ਕਈ ਜਗ੍ਹਾ ਬੜੇ ਸੁੰਦਰ ਸਤਸੰਗ ਦੇ ਸਮਾਗਮ ਹੁੰਦੇ ਨੇ। ਗੁਰੂ ਨੇ ਕਿਰਪਾ ਕੀਤੀ, ਮੈਂ ਬਹੁਤ ਸਮਾਂ ਰਾਮਪੁਰ ਖੇੜੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਥਾਨ 'ਤੇ ਜਾਂਦਾ ਰਿਹਾ। 5-5 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਜੁੜਨੀ। ਸਵਾਏ ਸਤਸੰਗ ਤੋਂ, ਸਵਾਏ ਬਾਣੀ ਦੀ ਵਿਚਾਰ ਤੋਂ ਹੋਰ ਕਿਸੇ ਨੂੰ ਕੋਈ ਗੱਲ ਕਰਨ ਦੀ ਆਗਿਆ ਹੀ ਨਹੀਂ। ਲੰਗਰ ਕਰਨ ਵਾਲੇ ਵੀ ਬਾਣੀ ਪੜ੍ਹ ਰਹੇ ਨੇ, ਲੰਗਰ ਵਰਤਾਉਣ ਵਾਲੇ ਵੀ ਬਾਣੀ ਪੜ੍ਹ ਰਹੇ ਨੇ, ਲੰਗਰ ਛਕਾਉਣ ਵਾਲੇ ਵੀ ਬਾਣੀ ਪੜ੍ਹ ਰਹੇ ਨੇ। ਹਰ ਪਾਸੇ ਬਾਣੀ ਦੀ ਗੱਲ ਹੋ ਰਹੀ। ਫਿਰ ਉਹ ਵਾਤਾਵਰਨ ਕੈਸਾ ਬਣਦਾ, ਮਨ ਦੀ ਮੈਲ ਉਤਰ ਜਾਂਦੀ, ਉੱਥੋਂ ਹਿੱਲਣ ਨੂੰ ਜੀ ਨਹੀਂ ਕਰਦਾ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਸਾਨੂੰ ਪੂਰਨੇ ਪਾ ਕੇ ਦੱਸ ਰਹੇ, ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾਂ ਕੀ ਚਰਨੀ ਪਾਹ। ਗੁਣ ਗੋਪਾਲ ਪ੍ਰਭ ਕੇ ਨਿਤ ਗਾਹ, ਆਨੰਦ ਬਿਨੋਦ ਮੰਗਲ ਸੁਖਤਾ। ਫਿਰ ਪਾਤਸ਼ਾਹ ਕਹਿੰਦੇ ਉੱਥੇ ਕਹਿ ਜਾ ਕੇ ਕਰ ਬੇਨਤੀ। ਬੇਨਤੀ ਹੁਣ ਪਹਿਲਾਂ ਵੀ ਦੱਸਿਆ ਸੀ, ਇਹ ਅੱਖਰ ਬੇਨਤੀ ਵੀ ਹੈ, ਬਿਨਤੀ ਵੀ ਹੈ ਅਤੇ ਬੇਨਤੀ ਵੀ। ਅਰਥ ਇੱਕੋ ਹੀ ਹੈ, ਪਰ ਇੱਥੇ ਬੇਨਤੀ ਪੜ੍ਹਨਾ, ਉੱਥੇ ਬੇਨਤੀ ਕਰਨੀ। ਅਹੰਕਾਰ ਦੀ ਗੱਲ ਨਹੀਂ ਕਰਨੀ, ਨਿਮਰਤਾ ਵਿੱਚ ਸੇਵਾ ਕਰਨੀ। ਤੇ ਜਨ ਧੂਰ ਬਾਛਾਹ, ਜਿਹੜੇ ਵਾਹਿਗੁਰੂ ਦੇ ਪਿਆਰੇ ਸੇਵਕ ਨੇ, ਉਹਨਾਂ ਦੀ ਚਰਨ ਧੂੜੀ ਦੀ ਬਾਂਛਾ ਕਰਨੀ, ਇੱਛਾ ਕਰਨੀ। ਭਾਵ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਕੀਤੀ ਜਾਏ, ਨਿਮਰਤਾ ਵਿੱਚ ਲਿਆ। ਫਿਰ ਕੀ ਹੋਵੇਗਾ, ਜਨਮ ਜਨਮ ਕੇ ਕਿਲ ਵਿਖਲਾਹ। ਉਹਨਾਂ ਦੀ ਸੰਗਤ ਕਰਕੇ ਗੁਰਬਾਣੀ ਦਾ ਤੇ ਹਰ ਉਪਦੇਸ਼ ਕਮਾਲ ਹੈ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ 12 ਮਾਹ ਦੇ ਮਹੀਨੇ ਵਿੱਚ ਮਾਘ ਦੇ ਮਹੀਨੇ ਦੀ ਵਿਚਾਰ ਹੋਈ। ਆਖਿਆ ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ,
ਬਿਨ ਤੈ ਲੋਭ ਸਮਾਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 8 ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਗ ਸੁਟੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਤਾਂ ਆਖਿਆ ਉੱਥੇ ਜਾ ਕੇ ਅਹੰਕਾਰ ਦੀ ਗੱਲ ਨਹੀਂ ਕਰਨੀ, ਉੱਚੇ ਬੋਲ ਨਹੀਂ ਬੋਲਣੇ, ਬਲਕਿ ਕਰ ਬੇਨਤੀ। ਜਨ ਧੂਰ ਬਾਛਾਹ ਜਨਮ ਜਨਮ ਕੇ ਕਿਲ ਬਿਖਲਾਹ। ਉਹ ਸਤ ਸੰਗਤ ਵਿੱਚ ਜਦੋਂ ਸੇਵਾ ਕੀਤੀ ਜਾਏ, ਜਦੋਂ ਚਰਨ ਧੂੜ ਲਈ ਜਾਏ, ਚਾਹੇ ਉਹ ਬਰਤਨ ਧੋਣ ਦੀ ਸੇਵਾ ਹੋਵੇ, ਚਾਹੇ ਝਾੜੂ ਫੇਰਨ ਦੀ ਸੇਵਾ ਹੋਵੇ, ਇਹ ਜਨਮਾਂ ਜਨਮਾਂ ਦੀ ਲੱਗੀ ਹੋਈ ਜਿਹੜੀ ਮੈਲ ਹੈ ਪਾਪਾਂ ਦੀ, ਉਹ ਉਤਰ ਜਾਂਦੀ। ਮਨ ਤਨ ਪ੍ਰਾਣ ਜੀਓ ਅਰ ਪਾਹ, ਇਹਨਾਂ ਚੀਜ਼ਾਂ ਦਾ ਅਹੰਕਾਰ ਨਹੀਂ ਕਰਨਾ। ਮਨ ਵੀ, ਤਨ ਵੀ, ਪ੍ਰਾਣ ਵੀ, ਜਿੰਦ ਵੀ, ਸਭ ਕੁਝ ਅਰਪਣ ਕਰਨਾ। ਹਰ ਸਿਮਰ ਸਿਮਰ ਮਾਨ ਮੋਹ ਕਟਾਹ। ਕਿਉਂਕਿ ਸੰਸਾਰ ਦੇ ਅੰਦਰ ਤੇ ਇਹ ਚੀਜ਼ਾਂ ਦੀ ਪ੍ਰਭਾਵ ਹੈ। ਕਦਮ ਕਦਮ ਤੇ ਅਹੰਕਾਰ ਕਰਨਗੇ, ਮੋਹ ਕਰਨਗੇ। ਪਰ ਗੁਰੂ ਦੀ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਉਹ ਸਿਮਰਨ ਦੀ ਬਰਕਤ ਦੇ ਨਾਲ ਆਪਣੇ ਅੰਦਰੋਂ ਮਾਨ ਮੋਹ ਨੂੰ ਕੱਟਣਾ, ਇਹਨਾਂ ਚੀਜ਼ਾਂ ਦੇ ਪ੍ਰਭਾਵ ਤੋਂ ਬਚਣਾ। ਸੰਗਤ ਦਾ ਤੇ ਇਹੀ ਗੁਣ ਹੈ। ਮਨ ਤਨ ਪ੍ਰਾਣ ਜੀਓ ਅਰ ਪਾਹ। ਹਰ ਸਿਮਰ ਸਿਮਰ ਮਾਨ ਮੋਹ ਕਟਾਹ। ਦੀਨ ਦਿਆਲ ਕਰੋ ਉਤਸ਼ਾਹ। ਤੇ ਹਰ ਵੇਲੇ ਅਰਦਾਸ ਇਹ ਕਰਨੀ, ਹੇ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ, ਸਾਡੇ ਅੰਦਰ ਉਤਸ਼ਾਹ ਪੈਦਾ ਕਰੋ, ਸਾਡੇ ਅੰਦਰ ਚਾਅ ਪੈਦਾ ਕਰੋ। ਨਾਨਕ ਦਾਸ ਹਰ ਸ਼ਰਨ ਸਮਾ। ਨਾਨਕ ਦਾਸ ਦੀ ਇਹ ਬੇਨਤੀ, ਹਰ ਸ਼ਰਨ ਸਮਾ, ਮੈਂ ਤੁਹਾਡੀ ਸ਼ਰਨ ਵਿੱਚ ਸਮਾ ਜਾਵਾਂ, ਇੱਕ ਮਿੱਕ ਹੋ ਜਾਵਾਂ। ਸਾਧ ਸੰਗਤ ਜੀ, ਇੱਕ ਮਿੱਕ ਹੋਣ ਦਾ ਤਰੀਕਾ ਕੀ ਹੈ? ਜੇ ਤੇ ਹਉਮੈ ਕਰਾਂਗੇ ਫਿਰ ਨਹੀਂ ਇੱਕ ਮਿੱਕ ਹੋ ਸਕਦਾ। ਇੱਕ ਮਿੱਕ ਹੋਣ ਵਾਸਤੇ ਤਾਂ ਅਹੰਕਾਰ ਛੱਡਣਾ ਪਵੇਗਾ। ਭਗਤ ਕਬੀਰ ਜੀ ਤਾਂ ਹੀ ਕਹਿੰਦੇ ਨੇ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਤੂੰ ਤੂੰ ਕਰਤਾ ਤੂੰ ਹੁਆ, मुझ में रहा न हूँ। जब आपा पर का मिट गया, जब देखा तो तू। मिटा दे अपनी हस्ती को अगर कुछ मर्तबा चाहे। दाना खाक में मिलकर गुले गुलजार होता है। फरीदा, जे तू रब दे घर विच प्रवान होना फिर की कर। फरीदा थियो पवाही दब, जेला साईं लोड़े सब। फरीदा थियो पवाही दब। थियो में न हो जा, पवाही पैहे दी दब, उस रस्ते दी दब बन जा। दब एक तरह की काह है, उसदियां कई किस्मां ने। एक सर है, एक दब है, बड़ा तिखा हुंदा ਉਹਦਾ ਪਰ ਜਿਹੜੀ ਪੈਸੇ ਦੀ ਦੱਬ ਹੁੰਦੀ, ਰਸਤੇ ਦੇ ਵਿੱਚ ਜਿਹੜੀ ਪੈਦਾ ਹੁੰਦੀ, ਉਹਦੇ 'ਤੇ ਤੁਰ ਤੁਰ ਕੇ ਲੋਕਾਂ ਦੀਆਂ ਜੁੱਤੀਆਂ ਦੇ ਨਾਲ ਉਹ ਇੰਨੀ ਨਰਮ ਹੋ ਜਾਂਦੀ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜ ਸਭ। ਜੇ ਤੂੰ ਸਾਰਿਆਂ ਵਿੱਚ ਰੱਬ ਵੇਖਣਾ ਚਾਹੁੰਦਾ ਫਿਰ ਇਹੋ ਜਿਹਾ ਬਣ। ਇੱਕ ਛਿੱਜੈ ਬਿਆ ਲਤਾੜੀ ਹੈ, ਤਾਂ ਸਾਈਂ ਦੇ ਦਰਬਾੜੀ ਹੈ।
ਉਸ ਦੱਬ ਦੀ ਫਿਰ ਸਫ ਬਣਾਉਂਦੇ, ਜਿਹਦਾ ਮਸਾਲਾ ਬਣਦਾ, ਜਿਸ ਨੂੰ ਨਮਾਜ਼ ਪੜ੍ਹਨ ਵੇਲੇ ਥੱਲੇ ਵਿਛਾਇਆ ਜਾਂਦਾ। ਕਿਆ ਜੀਵਨ ਜਾਤ ਹੈ। ਭਾਵ ਐਨੀ ਤੇਰੇ ਵਿੱਚ ਨਿਮਰਤਾ ਆ ਜਾਏ, ਗਰੀਬੀ ਆ ਜਾਏ, ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹ ਅਰਦਾਸ ਕਰੋ, ਦੀਨ ਦਿਆਲ ਕਰੋ ਉਤਸ਼ਾਹ। ਹੇ ਦੀਨਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ, ਸਾਡੇ ਅੰਦਰ ਇਹ ਚਾਉ ਪੈਦਾ ਕਰੋ। ਨਾਨਕ ਦਾਸ ਹਰ ਸ਼ਰਨ ਸਮਾ। ਇਹ ਤੁਹਾਡਾ ਸੇਵਕ ਤੁਹਾਡੇ ਦਾਸਾਂ ਦੇ ਚਰਨਾਂ ਵਿੱਚ ਸਮਾ ਜਾਏ, ਲੀਨ ਹੋ ਜਾਏ। ਤੋ ਕੈਸੇ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਪੜ੍ਹਿਆ ਜ਼ਰੂਰ ਹੈ, ਮੱਥਾ ਟੇਕਿਆ ਪਰ ਵਿਚਾਰ ਨਹੀਂ ਕੀਤਾ। ਗੁਣ ਗੋਪਾਲ ਪ੍ਰਭ ਕੇ ਨਿਤ ਗਾਹ, ਆਨੰਦ ਵਿਨੋਦ ਮੰਗਲ ਸੁਖਤਾਹ। ਚੱਲ ਸਖੀਏ ਪ੍ਰਭ ਰਾਵਣ ਜਾਹ, ਸਾਧ ਜਨਾ ਕੀ ਚਰਨੀ ਪਾਹ। ਰਹਾਉ ਕਰ ਬੇਨਤੀ ਜਨਤ ਹੂਰ ਬਾਦਸ਼ਾਹ, ਜਨਮ ਜਨਮ ਕੇ ਕਿਲਿਬ ਕਲਾਹ। ਮਨ ਤਨ ਪ੍ਰਾਣ ਜਿਉ ਅਰਪਾਹ, ਹਰ ਸਿਮਰ ਸਿਮਰ ਮਾਨ ਮੋਹ ਕਟਾਹ। ਦੀਨ ਦਿਆਲ ਕਰੋ ਉਤਸ਼ਾਹ, ਨਾਨਕ ਦਾਸ ਹਰ ਸ਼ਰਨ ਸਮਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।